नेक्स्ट क्वेश्चन आ गया बेटे, क्वेश्चन नंबर 13, हाइट एंड डिस्टेंस एक्सरसाइज का ट्रिग्नोमैट्री का। ਇਹਦਾ ਦੇਖੋ ਸੋਲੂਸ਼ਨ ਕਿਵੇਂ ਕਰਨਾ ਆਪਾਂ। क्वेश्चन की है स्टेटमेंट देख लो। एज ऑब्जर्व्ड फ्रॉम द टॉप ऑफ ए 75 मीटर हाई लाइट हाउस फ्रॉम द सी लेवल the angles of depression of two ships are 30 degree and 45 degree. If one ship is exactly behind the other on the same side of the lighthouse, find the distance between the two ships. ਇੱਕ ਇੱਥੇ ਦਿੱਤਾ ਆ ਕਿ ਦੇਖੋ 75 ਮੀਟਰ ਹਾਈ ਲਾਈਟ ਹਾਊਸ ਹੈ। ਸਮੁੰਦਰ ਤਲ ਤੋਂ 75 ਮੀਟਰ ਉੱਚੇ ਲਾਈਟ ਹਾਊਸ ਦੇ ਸਿਖਰ ਤੋਂ ਦੇਖਣ ਨਾਲ ਦੋ ਸਮੁੰਦਰੀ ਜਹਾਜ਼ਾਂ ਦੇ ਨਿਵਾਨ ਕੋਣ। ਦੋ ਸਮੁੰਦਰੀ ਜਹਾਜ਼ ਇੱਧਰੋਂ ਆ ਰਹੇ ਆ, ਟੂ ਸ਼ਿਪਸ ਇੱਕੋ ਸਾਈਡ ਤੋਂ ਆ, ਇੱਕ ਸਾਈਡ ਤੇ ਆ। ਵਨ ਸ਼ਿਪ ਇਜ਼ ਬਿਹਾਈਂਡ ਦਾ ਅਦਰ। ਇੱਕ ਸਪੋਜ਼ ਕਰ ਲਓ ਇਹ ਵਾਲਾ ਸ਼ਿਪ ਆ ਸੀ, ਇਹ ਏ ਬੀ ਹਾਈਟ ਲੈ ਲਈ, ਇੱਥੇ ਲੈ ਲਿਆ ਡੀ। ਸੋ ਇਹਨਾਂ ਦੇ ਐਂਗਲ ਆਫ ਡਿਪਰੈਸ਼ਨਸ ਗਿਵਨ ਹੈ। ਇੱਥੋਂ ਐਂਗਲ ਆਫ ਡਿਪਰੈਸ਼ਨ ਇਹਦਾ ਇੱਧਰ ਨੂੰ ਬਣੇਗਾ, that is equal to 45 डिग्री। ਤੇ ਇੱਕ ਐਂਗਲ ਆਫ ਡਿਪਰੈਸ਼ਨ ਇਹਦਾ ਬਣੇਗਾ, that is equal to 30 डिग्री। ਆ 30 डिग्री ਆ ਤੇ ਆ 45 डिग्री ਆ। ਤੇ ਐਂਗਲ ਆਫ ਡਿਪਰੈਸ਼ਨ ਆਹ ਵਾਲਾ ਐਂਗਲ ਜਿਹੜਾ ਇਸ ਲਾਈਨ ਦੇ ਨਾਲ ਹੈ, ਆਹ ਵਾਲਾ ਐਂਗਲ ਆਫ ਡਿਪਰੈਸ਼ਨ ਐਂਡ ਐਲੀਵੇਸ਼ਨਸ ਆਰ ਸੇਮ ਹੁੰਦੇ ਆ, ਇਕੁਅਲ ਹੁੰਦੇ ਆ, ਮਤਲਬ 45 डिग्री। ਆਹ ਵਾਲਾ 30 डिग्री ਇਸ ਲਾਈਨ ਦੇ ਨਾਲ ਹੈ। ਸੋ ਇਹ ਵੀ ਆਲਟਰਨੇਟ ਐਂਗਲਸ ਹੋ ਗਏ, ਇਕਾਂਤਰ ਕੋਣ। ਸੋ ਦੇ ਆਰ ਆਲਵੇਜ਼ ਇਕੁਅਲ। ਇਹ 90 डिग्री ਦਾ ਹੁੰਦਾ। ਦੀਜ਼ ਆਰ ਦਾ ਟੂ ਸ਼ਿਪਸ। ਜੇਕਰ ਲਾਈਟ ਹਾਊਸ ਦੇ ਇੱਕ ਹੀ ਪਾਸੇ, ਆਹ ਲਾਈਟ ਹਾਊਸ ਆ, ਇਹਦੇ ਇੱਕ ਹੀ ਪਾਸੇ ਆ, ਤੋਂ ਇੱਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਤਾਂ ਦੋਹਾਂ ਜਹਾਜ਼ਾਂ ਦੇ ਵਿਚਕਾਰਲੀ ਦੂਰੀ ਪਤਾ ਕਰੋ। So if one ship is exactly behind the other on the same side of the lighthouse, then find the distance between the two ships. ਆਹ ਵਾਲਾ distance ਆਪਾਂ find out ਕਰਨਾ DC। ਹੁਣ ਇੱਥੇ ਕੀ ਦਿੱਤਾ, ਲਿਖਣਾ ਕਿਸ ਤਰ੍ਹਾਂ, ਇੱਥੇ ਦੇਖੋ AB is equal to, ਲੈਟ ਇਸ ਕਰਕੇ ਲਿਖਿਆ ਕਿਉਂਕਿ ਇਹਨੂੰ AB ਸਪੋਜ਼ ਕਰ ਲਿਆ ਲਾਈਟ ਹਾਊਸ ਨੂੰ। AB is equal to 75 ਮੀਟਰ, B the height of lighthouse, height of lighthouse, C and D are the two ships on the same side of lighthouse, and angle BDA is equal to 30 degree, angle BCA is equal to 45 degree। तो लिख देना, मान लो AB बराबर 75 मीटर, लाइट हाउस की ऊंचाई है C ਅਤੇ D ਲਾਈਟ ਹਾਊਸ ਦੇ ਇੱਕ ਹੀ ਪਾਸੇ ਤੋਂ, ਇੱਕ ਹੀ ਪਾਸੇ ਤੋਂ ਜਹਾਜ਼
दूसरे पासे चल रहे हैं ਅਤੇ ਐਂਗਲ BCA is equal to 45, एंगल BDA is equal to 30 डिग्री गिवन है वाला। ਹੁਣ ਆਪਾਂ ਆਹ ਵਾਲੀ ਦੂਰੀ ਫਾਈਂਡ ਆਊਟ ਕਰਨੀ ਆ। ਇਸ ਟ੍ਰਾਇੰਗਲ ਦੇ ਵਿੱਚ ਐਂਗਲ ਦੇ ਸਾਹਮਣੇ ਵਾਲੀ ਸਾਈਡ ਪਰਪੈਂਡੀਕੂਲਰ ਤੇ ਬੇਸ ਫਾਈਂਡ ਆਊਟ ਕਰਨਾ ਆਪਾਂ। ਇਹਦੀ ਨਹੀਂ ਜ਼ਰੂਰਤ ਕਿਉਂਕਿ ਆਹ ਫਾਈਂਡ ਆਊਟ ਕਰਨਾ ਤੇ ਆਹ ਟ੍ਰਾਇੰਗਲ ਦੇ ਵਿੱਚੋਂ ਸਾਰਾ ਫਾਈਂਡ ਆਊਟ ਕਰ ਲਾਂਗੇ ਡੀਏ ਦੇ ਵਿੱਚੋਂ ਸੀਏ ਮਾਈਨਸ ਕਰ ਦਾਂਗੇ ਤੇ ਦੋ ਜਹਾਜ਼ਾਂ ਦੇ ਵਿਚਕਾਰ ਦੀ ਦੂਰੀ ਆ ਜਾਏਗੀ। ਕਿਵੇਂ ਦੇਖੋ tan 45 ਦਾ ਅੰਡਰਸਟੂਡ ਮੀਨਿੰਗ ਆ ਕਿ ਵੀ ਆਰ ਟੇਕਿੰਗ ਦਿਸ ਟ੍ਰਾਇੰਗਲ, ਆਹ ਵਾਲੀ ਟ੍ਰਾਇੰਗਲ ਅਸੀਂ ਲੈ ਰਹੇ ਹਾਂ BCA। tan 45 ਪਰਪੈਂਡੀਕੂਲਰ ਓਵਰ ਬੇਸ, ਪਰਪੈਂਡੀਕੂਲਰ ਇਜ਼ AB, base is CA। ਇਹਨਾਂ ਦੀ ਵੈਲਿਊ ਭਰ ਦਿਓ। tan 45 1 from the table, AB is equal to 75 over CA। therefore ਇਹਨੂੰ 1 ਨਾਲ ਮਲਟੀਪਲਾਈ ਕਰੋ, CA into 1 is CA, ਇਹ 75 ਮੀਟਰ ਹੀ ਰਹਿ ਗਿਆ। ਹੁਣ ਆਹ ਵਾਲੀ ਟ੍ਰਾਇੰਗਲ ਲੈ ਲਈ, tan 30 ਡਿਗਰੀ ਇੱਥੇ ਲਿਖਾਂਗੇ। tan 30 ਇਹਦੀ ਡੈਫੀਨੇਸ਼ਨ ਵੀ ਪਰਪੈਂਡੀਕੂਲਰ ਓਵਰ ਹਾਈਪੋਟਨਿਊਜ਼, perpendicular over base is equal to perpendicular is AB, base is DA। ਇਹਦੀ ਵੈਲਿਊ ਭਰ ਦਿਓ। tan 30 ਹੁੰਦਾ 1/√3 is equal to AB 75 over DA, क्रॉस मल्टीप्लाई कर दो, DA into 1 is DA is equal to 75 √3 मीटर्स। ये DA ਦੀ ਵੈਲਿਊ ਆ ਗਈ। ਆਪਾਂ ਕੱਢਣਾ DC is equal to DA minus CA। DA ਦੀ ਵੈਲਿਊ ਭਰ ਦਿਓ 75 √3 ਮਾਈਨਸ CA ਦੀ ਵੈਲਿਊ ਭਰ ਦਿਓ 75। ਇਹਦੇ ਵਿੱਚੋਂ 75 ਆ ਗਿਆ ਕਾਮਨ, √3 minus 1 meters। DC is the distance between the two ships। ਇਹ ਆਪਾਂ ਫਾਈਂਡ ਆਊਟ ਕਰਨਾ ਸੀ DC ਮੀਟਰ। ਨੈਕਸਟ ਅਗਲਾ ਕੁਐਸਚਨ ਨੰਬਰ 14 ਆ ਗਿਆ। ਦੇਖੋ ਕੀ ਲਿਖਿਆ, a 1.2 meter tall girl spots a balloon moving with the wind in a horizontal line at a height of 88.2 meters from the ground। ਹੁਣ ਇੱਥੇ ਦੇਖੋ 1.2 ਮੀਟਰ ਲੰਬੀ ਇੱਕ ਲੜਕੀ ਜ਼ਮੀਨ ਤੋਂ 88.2 ਮੀਟਰ ਦੀ ਉਚਾਈ ਤੇ ਖਿਤਿਜ ਰੇਖਾ ਵਿੱਚ ਉੱਡ ਰਹੇ ਗੁਬਾਰੇ ਨੂੰ ਦੇਖਦੀ ਹੈ। ਹੁਣ ਲੜਕੀ ਦੀ ਜਿਹੜੀ ਹਾਈਟ ਆ ਉਹ ਹੈਗੀ ਆ 1.2 ਮੀਟਰ ਤੇ ਜਿਹੜਾ ਇੱਕ ਗੁਬਾਰਾ ਉੱਡ ਰਿਹਾ ਆ ਉਹ ਹੈਗਾ ਆ 88.2 ਮੀਟਰ ਫਰੋਮ ਦਾ ਗਰਾਊਂਡ। ਇੱਥੇ ਆ ਗਿਆ ਸਾਡੇ ਕੋਲ 88.2 ਮੀਟਰ ਫਰੋਮ ਦਾ ਗਰਾਊਂਡ ਤੇ ਆ ਗਿਆ 88.2 ਮੀਟਰ। ਇਹਨੂੰ AB ਲੈ ਲਓ, ਇਹਨੂੰ ਆਪਾਂ CD ਲੈ ਲਿਆ। ਅੱਗੇ ਲਿਖਿਆ the angle of elevation of the balloon from the eyes of the girl। angle of elevation of the balloon आ गया, ਇਹਦਾ angle of elevation that is equal to angle of elevation ਇੱਥੇ ਬਣੇਗਾ is 60 degree। बैलून ਦਾ ਇੱਥੇ बैलून ਆ
अगे लिखा आफ्टर सम टाइम द एंगल ऑफ एलिवेशन रिड्यूसेस टू 30 डिग्री। ये लिखा मूविंग विद द विंड इन द हॉरिजेंटल लाइन। हॉरिजेंटल लाइन मतलब आ डिस्टेंस सेम रहेगा अगे जाता पिया। इत्थे जाके आफ्टर सम टाइम सपोज कर लो आफ्टर सम टाइम वो इत्थे पहुँच गया, ਉਹਦਾ ਜਿਹੜਾ एंगल ऑफ एलिवेशन आ वो रिड्यूसेस टू 30 डिग्री आ जाता। आ 30 डिग्री का एंगल बन जाता फिर जो बैलून इत्थे आ जाता। ਇਹਦੀ ग्राउंड तो हाइट ये भी 88.2 मीटर है। ABCD इत्थे E ले लिया, FGH लिख लिया इत्थे। आ भी आ 1.2 मीटर है तो आ भी 1.2 हो गया। तो आ टोटल हाइट हैगी साडे कोल 88.2 मीटर। तो आ जिहड़ी हाइट बच गई साडे कोल टोटल दे विचों आ वाली माइनस कर देंगे 88.2 माइनस 1.2 इज़ 87 मीटर। आ जिहड़ी हाइट बच गई 87 इन्नी, तो इत्थों लैके इत्थे तक वो भी 87 आ। हुण लिखना किवें आ 1.2 मीटर लंबी एक लड़की जमीन तो 88.2 मीटर की उचाई ते खितिज रेखा नाल खितिज रेखा विच उड़ रहे गुब्बारे नूं देखदी है। किसी भी समय लड़की की अख नाल गुब्बारे का उचान कोण 60 डिग्री है। कुछ समय बाद उचान कोण घट के 30 डिग्री हो जाता है। इस अंतराल दौरान गुब्बारे द्वारा तय की गई दूरी मतलब आ वाली दूरी जी गुब्बारे ने तय की आ वाली दूरी ये पता करनी जिन्ना आ उन्ना ही आ डिस्टेंस है। जे आप आ ट्रैंगल दे विच आ 87 गिवन आ फाइंड आउट कर सकते हैं। इस ट्रैंगल दे विच फिर 87 गिवन आ पूरा फाइंड आउट कर सकते हैं। पूरे दे विचों आ माइनस कर देंगे तो आ डिस्टेंस आ जाएगा। आ डिस्टेंस का मतलब आ वाला डिस्टेंस आ गया जिन्ना गुब्बारे ने इत्थों लैके इत्थे तक डिस्टेंस कवरअप किया ट्रैवल किया। हुण लिखना इत्थे AB इज इक्वल टू 1.2 मीटर, बी द हाइट ऑफ गर्ल, लड़की की हाइट है, तो CD इज इक्वल टू FH, CD इज इक्वल टू FH इज इक्वल टू 88.2 मीटर, बी द हाइट ऑफ बैलून फ्रॉम द ग्राउंड। फ्रॉम द ग्राउंड हुण आ जाएगा वो की नाल दिता DAE एंगल इज इक्वल टू 60 डिग्री, HAG इज इक्वल टू 30 डिग्री। 30 डिग्री इत्थे लिखांगे AB बराबर 1.2 मीटर, लड़की दी लंबाई है, ते CD बराबर FH इज इक्वल टू 88.2 मीटर, गुब्बारे दी जमीन तो ऊंचाई है। हुण आ गया अगे कि DE इज इक्वल टू DE आ जड़ा DE आ पहला AB ते EC ते GF दे आर इक्वल। इत्थे पहला लिख लो AB इज इक्वल टू EC इज इक्वल टू GF इज इक्वल टू 1.2 मीटर आ भी 1.2 आ ते आ भी 1.2 आ लिखा इत्थे। ते आ DE की वैल्यू निकल आएगी DE इज इक्वल टू 88.2 माइनस 1.2 87 मीटर। तो DE ते HG इक्वल है। इत्थे लिख दो HG
इज इक्वल टू डी ई इज इक्वल टू 87। हुण tan 60 परपेंडिकुलर ओवर बेस, perpendicular is DE, base is AE, DE over AE, tan 60 is under root 3, ये आ गया 87 over AE, therefore क्रॉस मल्टीप्लाई कर दो, ये इधर आ गया अंडर रूट 3 थले आ जाना, AE इज इक्वल टू 87 ओवर अंडर रूट 3 आ गया, AE की वैल्यू आ गई। हुण tan 30 इज इक्वल टू फिर परपेंडिकुलर ओवर बेस, tan 30 परपेंडिकुलर इज एच जी, बेस इज ए जी, tan 30 इज 1 by under root 3 एच जी ओवर ए जी, एच जी इज इक्वल टू 87, 1 by under root 3 इज इक्वल टू 87 ओवर ए जी, देयरफॉर ए जी की वैल्यू कर लो, ए जी इंटू 1 इज ए जी, 87 अंडर रूट 3 आ गया, ए जी की वैल्यू आ गया। आप कढ़ना क्या ई जी, हुण ई जी मतलब डी एच कढ़ना, डिस्टेंस ट्रैवल्ड बाय द बैलून, इत्थों लैके इत्थे तक गुब्बारे ने कितना डिस्टेंस कवर अप किया, डी एच इज इक्वल टू ई जी, ई जी का मतलब आ ए जी माइनस ए जी की वैल्यू भर दो इतने 87 अंडर रूट 3, ये आ जाएगा 87 अंडर रूट 3 माइनस ए की वैल्यू 87 ओवर अंडर रूट 3, एलसीएम लै लो अंडर रूट 3, इनू मल्टीप्लाई करता, ये आएगा 87 इंटू अंडर रूट 3 इंटू अंडर रूट 3 इज 3 माइनस 87 आ गया। हुण इनू मल्टीप्लाई करो, 3 7 का 21 तो 3 8 का 24, 24 प्लस 2 इज 26 माइनस 87 ओवर अंडर रूट 3 आ गया। हुण इनू माइनस कर दो, 11 माइनस 7 इज 4, 15 माइनस 8 इज 15 माइनस 8 7, 174 ओवर अंडर रूट 3, इनू रैशनलाइज कर दो क्योंकि अंडर रूट थले आ गया, अंडर रूट 3 ओवर अंडर रूट 3 आ गया, ये आ गया 174 अंडर रूट 3 इंटू अंडर रूट 3 इज 3, तो ये नाल आ गया आ वाला अंडर रूट 3, 3 1 का 3, 3 5 का 15, 3 8 का आंसर आ गया 58 अंडर रूट 3 मीटर इज द डिस्टेंस ट्रैवल्ड बाय द बैलून। नैक्सट आ गया, नैक्सट क्वेश्चन आ गया बेटे 15th, ये दिता आ अ स्टेट हाईवे लीड्स टू द फुट ऑफ ए टावर, अ मैन स्टैंडिंग एट द टॉप ऑफ ए टावर observes a car at an angle of depression of 30 degree which is approaching the foot of the tower with a uniform speed. 6 seconds later the angle of depression of the car is found to be 60 degree. So find the time taken by the car to reach the foot of the tower from this point. ਸਿੱਧਾ ਰਾਜਮਾਰਗ ਇੱਕ ਮੀਨਾਰ ਦੇ ਆਧਾਰ ਤੱਕ ਜਾਂਦਾ ਹੈ, ਮੀਨਾਰ ਦੇ ਸਿਖਰ ਤੇ ਖੜਾ ਇੱਕ ਆਦਮੀ ਇੱਕ ਕਾਰ ਨੂੰ 30 ਡਿਗਰੀ ਦੇ ਨਿਮਾਨ ਕੋਣ ਤੇ ਦੇਖਦਾ ਹੈ ਜੋ ਮੀਨਾਰ ਦੇ ਆਧਾਰ ਵੱਲ ਇੱਕ ਸਮਾਨ ਚਾਲ ਨਾਲ ਆ ਰਹੀ ਹੈ ਕਾਂਸਟੈਂਟ ਸਪੀਡ ਦੇ ਨਾਲ। 6 ਸੈਕਿੰਡਸ ਦੇ ਬਾਅਦ ਕਾਰ ਦਾ ਨਿਮਾਨ ਕੋਣ 60 ਡਿਗਰੀ ਹੋ ਗਿਆ। ਇਸ ਬਿੰਦੂ ਤੋਂ ਮੀਨਾਰ ਦੇ ਆਧਾਰ ਤੱਕ ਪਹੁੰਚਣ ਲਈ ਕਾਰ ਦੁਆਰਾ ਲਿਆ ਗਿਆ ਸਮਾਂ ਪਤਾ ਕਰੋ। ਬੜਾ ਇੰਪੋਰਟੈਂਟ ਕੁਐਸਚਨ ਹੈ। ਸਟੇਟ ਹਾਈਵੇ ਲੀਡਸ ਟੂ ਦ ਫੁੱਟ ਆਫ ਏ ਟਾਵਰ, ਇਹ ਇੱਕ ਟਾਵਰ ਹੈ, ए बी, हाइट ऑफ द टावर हो गया। अ मैन स्टैंडिंग एट द टॉप ऑफ ए टावर ऑब्जर्व्स ए कार
at an angle of depression of 30 degree। एक कार टावर ਵੱਲ ਨੂੰ ਆ ਰਹੀ ਆ, ਉਹਨੇ ਇੱਥੋਂ ऑब्जर्व ਕੀਤਾ ਇਹਦਾ एंगल ऑफ डिप्रेशन, ਇੱਥੋਂ ਇਹਦਾ एंगल ऑफ डिप्रेशन ਜਿਹੜੇ ਹੁੰਦੇ ਆ ਉਹ ਉੱਪਰ ਬੰਨੇ ਹਮੇਸ਼ਾ 30 डिग्री ਤੇ ਇਹਦੇ ਇਕੁਅਲ ਹੁੰਦਾ एंगल ऑफ एलिवेशन ਦੇ। ਇਹ ਆ ਗਿਆ, ਇਹ 30 डिग्री हो गया। which is approaching the foot of the tower with the uniform speed। ऐसी कार आ रही है कॉन्सटेंट स्पीड ते आ रही है, एक समान चाल दे नाल चल रही है। 6 seconds later उन्हें लिखा 6 seconds later 6 सेकंड बाद कार का जोड़ा कोण आ, सपोज कर लो 6 seconds कार ने इन्ना डिस्टेंस कवर अप कर लिया, डी ले लिया इत्थे 6 seconds दे विच इन्ना डिस्टेंस कवर अप कर लिया तो उहदा एंगल जिहड़ा आ निमान कोण वो 60 डिग्री हो जाता। तो जे आ 60 डिग्री है इस लाइन के नाल इधरला एंगल 60 डिग्री का हो जाएगा। तो फाइंड आउट करना, फाइंड द टाइम टेकन बाय द कार टू रीच द फुट ऑफ द टावर। इत्थों लैके इत्थे तक का कितना टाइम लगेगा वो फाइंड आउट कर लेना। सपोज इत्थों तो इत्थे तक टी सैकेंड्स ले लेना, क्योंकि आप डिस्टेंस सैकेंड्स दे विच ले रहे हैं इत्थे। वो टी सैकेंड सपोज कर लो इनू लगता इत्थों इत्थे डिस्टेंस कवर करने लई, ए उहदी हाइट है एच ले लिया आपां। टाइम कितना लगेगा इत्थों इत्थे तक पहुँचण दा। पहला इत्थे लिखांगे आपां लेट स्पीड ऑफ कार is equal to x meters per second, speed of car if time t is equal to 6 seconds, therefore distance cd is equal to speed into time formula ਹੁੰਦਾ ਇਹਦਾ स्पीड इंटू टाइम 6x मीटर्स बन गया। इत्थे पहला लिख लेना, मान लो कार दी स्पीड बराबर है x मीटर पर प्रति सेकंड ले ली, जेकर t बराबर 6 सेकंड्स आ तो दूरी cd हो गई स्पीड इंटू टाइम 6x मीटर्स। जेकर इफ t is equal to time is equal to t seconds हो जाए, आ टाइम t seconds हो जाए, therefore distance dA कितना हो जाएगा, स्पीड इंटू टाइम टी एक्स हो जाएगा। आ दूरी फिर दूरी dA बराबर है टी एक्स हो जाएगा। आ हो गया डिस्टेंस 6x ते आ हो गया साढ़े कोल tx ते दोनों नू प्लस प्लस कर देना, ये हो जाएगा 6x प्लस tx। आ डिस्टेंस हो गया साढ़े कोल टोटल। हुण आपां इत्थे tan 60 is equal to perpendicular over base h over tx। tan 60 का मतलब अंडर रूट 3, ये आ गया h over tx, therefore h is equal to अंडर रूट 3 tx आ गया।
ਹੁਣ ਇੱਥੇ ਅੱਗੇ ਆ ਜਾਏਗਾ tan 30, tan 30 आ जाएगा परपेंडिकुलर ओवर बेस h ओवर 6x प्लस dx 1/√3 h ओवर 6x प्लस dx। ਹੁਣ ਇਹਨੂੰ ਨੰਬਰ 1 ਕਰ ਲਓ, ਇਹਨੂੰ ਨੰਬਰ 2 ਕਰ ਲਓ, ਫਰੋਮ 1 and 2 ਇਹ h ਦੀ ਵੈਲਿਊ ਇੱਥੇ ਭਰ ਦਿਓ 1/√3 is equal to √3 dx over 6x plus dx। ਇਹਨੂੰ ਮਲਟੀਪਲਾਈ ਕਰਤਾ √3 ਨੂੰ √3 ਨਾਲ 3 dx, ਇਹਨੂੰ ਸਾਰੇ ਨੂੰ 1 ਨਾਲ ਮਲਟੀਪਲਾਈ ਕੀਤਾ, ਇਹ ਹੋ ਰਿਹਾ ਗਿਆ 6x plus dx। dx ਵਾਲੇ ਵੱਖਰੇ ਕਰ ਲਓ, 3 dx minus dx is equal to 6x ਰਹਿ ਗਿਆ, ਇਹ ਬਣ ਗਿਆ 2 dx is equal to 6x, x ਕੱਟਿਆ ਗਿਆ, t is equal to 6/2 is equal to 3 seconds। So time taken to reach the foot of the tower, so required time taken ਇੱਥੇ ਲਿਖ ਦਿਓ, required time taken is equal to 3 seconds। ਜਿੰਨਾ ਸਮਾਂ ਲਿਆ ਗਿਆ ਕਾਰ ਦੁਆਰਾ ਇੱਥੇ ਪਹੁੰਚਣ ਲਈ ਉਹ ਕਿੰਨਾ ਹੈਗਾ 3 ਸੈਕਿੰਡ ਹੈਗਾ। ਇੱਥੇ ਨਾਲ ਲਿਖ ਦਿਓ, ਚਾਹੇ ਇੱਥੇ ਇੱਦਾਂ ਲਿਖ ਦਿਓ, ਮੀਨਾਰ ਦੇ ਆਧਾਰ ਤੱਕ ਪਹੁੰਚਣ ਲਈ ਲੱਗਾ ਸਮਾਂ ਬਰਾਬਰ 3 ਸੈਕਿੰਡ। ਇਹ ਸੀ ਕੁਐਸਚਨ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 16। The angles of elevation of the top of a tower from 2 points, ਆ ਦੇਖੋ ਇੱਥੇ ਆ 2 ਪੁਆਇੰਟ ਹੈ C ਤੇ D, AB is the height of the tower। The angles of elevation of the top of a tower from 2 points at distances of 4 meter and 9 meter from the base of the tower and in the same straight line with it are complementary। complementary ਦਾ ਮਤਲਬ ਆ ਸੇਮ ਬੇਸ ਤੇ ਇੱਕੋ ਸਾਈਡ ਤੇ ਆ, ਪੂਰਕ ਕੋਣ ਉਹ ਵਾਲੇ ਹੁੰਦੇ ਆ ਜਿਨ੍ਹਾਂ ਦਾ ਸਮ 90 ਡਿਗਰੀ ਹੁੰਦਾ। then prove that height of the tower, ਆ ਜਿਹੜੀ ਹਾਈਟ ਹੈ ਟਾਵਰ ਦੀ ਉਹ 6 ਮੀਟਰ ਹੈ। ਆਨਸਰ ਇਜ਼ ਗਿਵਨ। ਮੀਨਾਰ ਦੇ ਆਧਾਰ ਤੇ ਇੱਕ ਸਰਲ ਰੇਖਾ 4 ਮੀਟਰ ਅਤੇ 9 ਮੀਟਰ ਦੀ ਦੂਰੀ ਤੇ ਸਥਿਤ ਦੋ ਬਿੰਦੂਆਂ ਤੋਂ ਮੀਨਾਰ ਦੇ ਸਿਖਰ ਦੇ ਉਚਾਨ ਕੋਣ ਪੂਰਕ ਹਨ। ਆ ਦੋ ਸਥਿਤ ਬਿੰਦੂ ਆ, ਪੂਰਕ ਕੋਣ ਕੰਪਲੀਮੈਂਟਰੀ ਐਂਗਲ ਉਹ ਜਿਨ੍ਹਾਂ ਦਾ ਸਮ 90 ਡਿਗਰੀ ਹੁੰਦਾ। ਜੇ ਆ ਥੀਟਾ ਤੇ ਆ ਹੈਗਾ ਜੇ 90 ਮਾਈਨਸ ਥੀਟਾ, ਕਿਉਂਕਿ ਜਦੋਂ ਇਹਨਾਂ ਨੂੰ ਜੋੜਾਂਗੇ ਥੀਟਾ ਥੀਟਾ ਕੱਟੇ ਜਾਣੇ ਤੇ ਇਹਦਾ ਸਮ ਆ ਜਾਣਾ 90। ਜੇ ਆਹ ਥੀਟਾ ਲਓਗੇ ਤੇ ਆਹ 90 ਮਾਈਨਸ ਥੀਟਾ ਹੋ ਜਾਏਗਾ। ਇੱਕ 4 ਮੀਟਰ ਦੀ ਦੂਰੀ ਤੇ ਆ ਇੱਥੋਂ ਇੱਥੇ ਤੱਕ ਗਿਵਨ ਆ, ਤੇ ਦੂਸਰਾ ਜਿਹੜਾ ਪੁਆਇੰਟ ਹੈਗਾ ਆ ਉਹ 9 ਮੀਟਰ ਦੀ ਦੂਰੀ ਤੇ 9 ਮੀਟਰ ਦੇ ਡਿਸਟੈਂਸ ਤੇ ਆ ਗਿਵਨ ਆ। ਸੋ AB ਇਜ਼ ਇਕੁਅਲ ਟੂ ਸਪੋਜ਼ ਕਰ ਲਿਆ AB ਇਜ਼ ਇਕੁਅਲ ਟੂ H ਮੀਟਰ, B the height of tower, C and D are the 2 points at distances 4 meter and 9 meter from the tower। AB बराबर H मीटर, मीनार दी उचाई है, C ਅਤੇ D दो ਬਿੰਦੂ ਮੀਨਾਰ ਦੇ
ਆਧਾਰ ਤੋਂ 4 ਮੀਟਰ ਅਤੇ 9 ਮੀਟਰ ਦੀ ਦੂਰੀ ਤੇ ਹਨ और एंगल बी सी ए इज इक्वल टू थीटा, एंगल बी डी ए इज इक्वल टू 90 माइनस थीटा। टैन थीटा ले लिया। हुण टैन थीटा इज परपेंडिकुलर ओवर बेस h over 4, therefore h is equal to 4 tan थीटा आ गया। फिर इस तरह ही tan 90 माइनस थीटा, आह वाला एंगल ले लिया, परपेंडिकुलर एच, बेसिस पूरा 9, tan 90 माइनस थीटा का फॉर्मूला बेटे लग गया कॉट थीटा हुंदा एच ओवर 9, देयरफॉर एच इज इक्वल टू 9 कॉट थीटा। इन्हां दोनों नूं आपां आपस में मल्टीप्लाई कर देना, एच नूं एच नाल मल्टीप्लाई करो, एच इंटू एच 4 इंटू 9 टैन थीटा ते कॉट थीटा आ गया। ये आ गया एच स्केयर 36 टैन थीटा इंटू कॉट का मतलब है 1 ओवर टैन थीटा, आ ते आ कट्टे गए, एच इज इक्वल टू 36 का स्केयर रूट, पॉजिटिव लेना नेगेटिव नहीं लेना बिकॉज साइड कांट बी नेगेटिव, 6 मीटर। तो हाइट ऑफ द टावर आ गया, हाइट ऑफ टावर इज इक्वल टू 6 मीटर आ गई, मीनार की उचाई साढ़े को 6 मीटर आ गया। सो ये सी बेटे तुहाडा चैप्टर कंप्लीट।